ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ। ਦੇਹੁ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਬਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ। ਅਬਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਆਪਨ ਆਪ ਹੀ ਆਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਸੰਗਤ ਰੂਪ ਦੇ ਵਿੱਚ
ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੀ ਨਿਸ਼ਾਨੀ ਜੋ ਸਤ ਸੰਗਤ ਦੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋ ਰਹੀਆਂ ਹਨ। ਸ਼ਾਮ ਦੇ ਸੁੰਦਰ ਦੀਵਾਨਾਂ ਦੇ ਵਿੱਚ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਜੀ ਨੇ ਹੁਣੇ ਹੁਣੇ ਹੀ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਬਾਣੀ ਦਾ ਹਰ ਜਸ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਸੋ ਹੁਣ ਜੋ ਇਸ ਅਸਥਾਨ ਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਚੱਲ ਰਹੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਸ੍ਰੀ ਸੁਖਮਨੀ ਸਾਹਿਬ ਬਾਣੀ, ਜਿਸ ਦੀ 21ਵੀਂ ਅਸ਼ਟਪਦੀ ਦੇ ਅੰਦਰ ਇਹ ਕਥਾ ਚੱਲ ਰਹੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਇੱਕ ਸ਼ਲੋਕ ਔਰ 2 ਪਦੇ ਸੰਪੂਰਨ ਹੋਏ ਸਨ। ਅੱਗੇ ਆਪਾਂ ਅੱਜ ਤੀਸਰੇ ਪਦੇ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰਾਂ ਨੇ ਇਸ ਸਾਰੀ ਹੀ ਅਸ਼ਟਪਦੀ ਦੇ ਅੰਦਰ ਸ਼ਲੋਕ ਦੇ ਅੰਦਰ ਜਿਸ ਪ੍ਰਕਾਰ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇੱਕੋ ਉਹ ਸੁਨ ਸਮਾਧੀ ਅਪੁਰ ਮੰਡਲ ਦੇ ਵਿੱਚ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹੀ ਆਪਣੇ ਫੁਰਨੇ ਦੁਆਰਾ ਇਹ ਸੰਸਾਰ ਦੀ ਰਚਨਾ, ਜਦੋਂ ਜੀ ਚਾਹੇ ਉਹਦਾ ਫੁਰਨਾ ਹੋਵੇ ਤੇ ਫੁਰਨੇ ਰੂਪ ਦੇ ਵਿੱਚ ਹੀ ਉਹ ਸੰਸਾਰ ਰਚ ਲੈਂਦਾ ਹੈ ਤੇ ਆਪ ਦੇ ਫੁਰਨੇ ਦੇ ਵਿੱਚ ਹੀ ਉਹ ਇਹ ਸਾਰੀ ਰਚਨਾ ਨੂੰ ਸਮੇਟ ਲੈਂਦਾ ਹੈ। ਜਿਵੇਂ ਸਤਿਗੁਰਾਂ ਦੇ ਬਚਨ ਆਉਂਦੇ ਹਨ, ਹਰਨ ਭਰਨ ਜਾ ਕਾ ਮੰਤਰ ਹੋਰ, ਕਿ ਉਹ ਹਰਨ ਤੇ ਭਰਨ ਭਾਵ ਪੈਦਾ ਕਰਨਾ ਤੇ ਨਾਸ਼ ਕਰਨਾ ਉਹਦੇ ਫੁਰਨੇ ਦੇ ਵਿੱਚ ਹੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਇੱਕ ਤੇ ਸੰਸਾਰੀ ਤਲ ਤੇ ਵਿਚਰਨ ਵਾਲੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਡਰ ਭੈ ਖੌਫ ਸਾਨੂੰ ਬਣਿਆ ਰਹਿੰਦਾ ਹੈ, ਸੁੱਖ ਦੁੱਖ ਬਣਿਆ ਰਹਿੰਦਾ ਹੈ, ਚੰਗਾ ਮਾੜਾ ਪ੍ਰਤੀਤ ਹੁੰਦਾ ਰਹਿੰਦਾ ਹੈ, ਚੋਰ ਸਾਧ ਪ੍ਰਤੀਤ ਹੁੰਦਾ ਰਹਿੰਦਾ ਹੈ। ਔਰ ਇੱਕ ਇਹ ਸਭ ਤੋਂ ਉੱਪਰ ਜਾ ਕੇ ਜੋ ਅਪੁਰ ਮੰਡਲ ਦੀ ਅਵਸਥਾ ਹੈ, ਜਿੱਥੇ ਇੱਕ ਰਸ ਬ੍ਰਹਮ ਦਾ ਹੀ ਸਰੂਪ ਰਹਿ ਜਾਂਦਾ ਹੈ, ਉਸ ਦੇ ਵਿੱਚ ਜਿਸ ਦੀ ਸਥਿਤੀ ਹੋ ਜਾਂਦੀ ਹੈ, ਟਿਕਾ ਹੋ ਜਾਂਦਾ ਹੈ, ਉਸ ਨੂੰ ਕੈਸਾ ਆਨੰਦ ਤੇ ਕੈਸੀਆਂ ਖੇਡਾਂ ਵਾਪਰਦੀਆਂ ਹਨ, ਉਹ ਇਸ ਪਾਵਨ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਨੇ ਬਿਆਨ ਕੀਤੀਆਂ ਹਨ। ਸੋ ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦਾਂ ਦੁਆਰਾ ਉਪਦੇਸ਼ਾਂ ਦੀ ਬਖਸ਼ਿਸ਼ ਕਰਦੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ। ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਅਬਨਾਸੀ ਸੁਖ ਆਪਨ ਆਸਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਜੋ ਨਾਸ ਤੋਂ ਰਹਿਤ ਸੁਖ ਹੈ, ਅਬਨਾਸੀ ਸੁਖ, ਸੰਸਾਰ ਦੇ ਵਿੱਚ ਅਸੀਂ ਸੁਖ ਭਾਸਦਾ ਹੈ, ਕਿਸੇ ਵਸਤੂ ਦੇ ਵਿੱਚੋਂ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਥੋੜ੍ਹੇ ਸਮੇਂ ਬਾਅਦ ਫਿਰ ਉਹੀ ਦੁੱਖ, ਉਹੀ ਤਕਲੀਫਾਂ, ਉਹੀ ਚਿੰਤਾਵਾਂ, ਸਾਡੇ ਮਨ ਦੀ ਹਾਲਤ ਫਿਰ ਵੈਸੀ ਬਣ ਜਾਂਦੀ ਹੈ। ਉਹ ਨਾਸ ਤੋਂ ਰਹਿਤ ਸੁੱਖ ਨਹੀਂ ਹੈ, ਥੋੜ੍ਹੇ ਸਮੇਂ ਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਅਵਿਨਾਸ਼ੀ ਸੁੱਖ ਹੈ ਉਹ ਆਪਣ ਆਸਣ, ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਦਾ ਆਪ ਦਾ ਆਪਣਾ ਆਸਣ ਤੋਂ ਭਾਵ ਕੀ ਹੈ? ਸਥਿਤੀ, ਜਿੱਥੇ ਉਹ ਟਿਕਦਾ ਹੈ, ਜਿੱਥੇ ਉਹ ਵਿਰਾਜਦਾ ਹੈ, ਜਿੱਥੇ ਉਹ ਉਸ ਅਪੁਰ ਅਵਸਥਾ ਦੇ ਵਿੱਚ ਵਿਚਰਦਾ ਹੈ, ਉੱਥੇ ਅਵਿਨਾਸ਼ੀ ਸੁੱਖ ਹੈ। ਉਹ ਸੁੱਖ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਨਾਸ ਨਹੀਂ ਹੁੰਦਾ।
ਬਾਕੀ ਜਿੰਨੇ ਸੰਸਾਰ ਦੇ ਸੁੱਖ ਹਨ ਉਹ ਸਮਾਂ ਪਾ ਕੇ, ਜਿੰਨਾ ਚਿਰ ਵਸਤੂ ਦੇ ਨਾਲ ਸੰਬੰਧ ਜੁੜਿਆ ਹੈ ਸੁੱਖ ਹੈ। ਜਦੋਂ ਉਹ ਵਸਤੂ ਦੇ ਨਾਲੋਂ ਸੰਬੰਧ ਟੁੱਟਦਾ ਹੈ ਫਿਰ ਦੁੱਖ ਦੇ ਕੇ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਸ ਤੋਂ ਰਹਿਤ ਜਿਹੜਾ ਸੁੱਖ ਹੈ, ਅਵਿਨਾਸੀ ਸੁੱਖ ਹੈ, ਉਹ ਪ੍ਰਭੂ ਪਰਮੇਸ਼ਰ ਦੀ ਜਿਹੜੀ ਅਪੁਰ ਅਵਸਥਾ ਹੈ, ਆਪਣਾ ਆਸਣ ਜੋ ਸਥਿਤੀ ਟਿਕਾ ਵਾਲੀ ਅਵਸਥਾ ਹੈ, ਉਸ ਦੇ ਵਿੱਚ ਹੈ। ਦਹ ਜਨਮ ਮਰਨ ਕਾਹੋ ਕਹਾ ਬਿਨਾਸਨ। ਸਤਿਗੁਰੂ ਜੀ ਕਹਿੰਦੇ ਉਸ ਅਵਸਥਾ ਦੇ ਵਿੱਚ ਫਿਰ ਨਾ ਜਨਮ ਹੈ, ਨਾ ਮਰਨ ਹੈ, ਤੇ ਨਾ ਇਸ ਜਨਮ ਮਰਨ ਦੇ ਵਿੱਚ ਜੋ ਨਾਸ ਹੋਣ ਵਾਲੀਆਂ ਅਵਸਥਾਵਾਂ ਹਨ ਉਹ ਹੈ। ਜਦੋਂ ਸਾਡਾ ਜਨਮ ਹੁੰਦਾ ਹੈ, ਬਚਪਨ ਨਾਸ ਹੁੰਦਾ ਹੈ, ਫਿਰ ਕਿਸ਼ੋਰ ਅਵਸਥਾ ਆਉਂਦੀ ਹੈ, ਉਹ ਨਾਸ ਹੁੰਦੀ ਹੈ, ਜਵਾਨੀ ਆ ਜਾਂਦੀ ਹੈ, ਜਵਾਨੀ ਨਾਸ ਹੋ ਜਾਂਦੀ ਹੈ, ਪ੍ਰੌਢਿਆ ਦੀ ਅਵਸਥਾ ਆ ਜਾਂਦੀ ਹੈ, ਫਿਰ ਉਹ ਨਾਸ ਹੁੰਦੀ ਹੈ, ਬੁਢੇਪਾ ਆ ਜਾਂਦਾ ਹੈ, ਅਖੀਰ ਨੂੰ ਸਰੀਰ ਨਾਸ ਹੋ ਜਾਂਦਾ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਇਹ ਸਰੀਰ ਦੀਆਂ ਜਿਹੜੀਆਂ ਅਵਸਥਾਵਾਂ ਬਣਦੀਆਂ ਹਨ ਨਾਸ ਹੁੰਦੀਆਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਉਸ ਅਵਸਥਾ ਦੇ ਵਿੱਚ ਨਾ ਇਹ ਜਨਮ ਹੀ ਰਹਿੰਦਾ ਹੈ, ਨਾ ਮੌਤ ਹੀ ਰਹਿੰਦੀ ਹੈ, ਤੇ ਨਾ ਹੀ ਇਸ ਦੇ ਵਿੱਚ ਜਿਹੜੇ ਆਉਣ ਵਾਲੇ ਨਾਸ ਹਨ ਉਹੀ ਰਹਿੰਦੇ ਹਨ। ਜਬ ਪੂਰਨ ਕਰਤਾ ਪ੍ਰਭ ਸੋਏ। ਸਤਿਗੁਰੂ ਜੀ ਕਹਿੰਦੇ ਜਿਸ ਸਮੇਂ ਪੂਰਨ ਕਰਤਾ ਪ੍ਰਭ ਸੋਏ, ਜੋ ਪ੍ਰਭੂ ਪਰਮੇਸ਼ਰ ਸ਼ਕਤੀਆਂ ਦਾ ਸੰਪੰਨ, ਸ਼ਕਤੀਆਂ ਦਾ ਮਾਲਕ, ਉਸ ਦੀ ਜਿਹੜੀ ਸੋਏ ਕਹੀਏ ਸੋਭਾ ਤੇ ਵਡਿਆਈ ਹੈ, ਤੇ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਜਦੋਂ ਕਰਤਾ ਰੂਪ ਦਿਸਦਾ ਹੈ ਕਿ ਸਭ ਨੂੰ ਕਰਨ ਵਾਲਾ ਤੇ ਸਭ ਨੂੰ ਸ਼ਕਤੀ ਸੁਪੁਰਤੀ ਦੇਣ ਵਾਲਾ ਔਰ ਸਭ ਦੀ ਵਡਿਆਈ ਕਰਾਉਣ ਵਾਲਾ, ਉਹ ਕਰਤਾ ਵਾਹਿਗੁਰੂ ਆਪ ਹੀ ਹੈ। ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਫਿਰ ਸਤਿਗੁਰੂ ਜੀ ਕਹਿੰਦੇ ਜੀਵ ਨੂੰ ਜਿਹੜੀ ਜਮਾਂ ਦੀ ਤਰਾਸ, ਜਮਾਂ ਦਾ ਜਿਹੜਾ ਡਰ ਹੈ ਉਹ ਕੀ ਰਹਿੰਦਾ ਹੈ। ਜਦੋਂ ਇੱਕ ਕਰਤੇ ਵਾਹਿਗੁਰੂ ਨੂੰ ਹੀ ਪਛਾਣ ਲੈਂਦਾ ਹੈ ਕਿ ਸਭ ਦੇ ਵਿੱਚ ਸਭ ਨੂੰ ਕਰਨ ਵਾਲਾ, ਬਣਾਉਣ ਵਾਲਾ ਉਹ ਕਰਤਾ ਵਾਹਿਗੁਰੂ ਹੀ ਹੈ, ਇਸ ਕਰਕੇ ਜਦੋਂ ਉਹਦੇ ਨਾਲ ਅਭੇਦ ਹੋ ਜਾਂਦਾ ਹੈ ਫਿਰ ਜਮ ਕੀ ਤੇ ਉਹਨਾਂ ਦਾ ਡਰ ਕੀ ਰਹਿੰਦਾ ਹੈ। ਔਰ ਸਾਧ ਸੰਗਤ ਦੀ ਐਸੀ ਅਵਸਥਾ ਪ੍ਰਾਪਤ ਕਿੱਥੋਂ ਹੁੰਦੀ ਹੈ? ਗੁਰੂ ਪਾਸੋਂ ਹੁੰਦੀ ਹੈ। ਗੁਰੂ ਹੀ ਐਸੀਆਂ ਅਵਸਥਾਵਾਂ ਨੂੰ ਬਖਸ਼ਣ ਵਾਲਾ ਹੈ ਔਰ ਜਮਾਂ ਦੇ ਡਰ ਤੋਂ ਰਹਿਤ ਕਰਨ ਵਾਲਾ ਹੈ। ਸੰਸਾਰ ਦੇ ਅੰਦਰ ਐਸਾ ਕੋਈ ਦਰ ਨਹੀਂ ਹੈ ਜਿਹੜਾ ਜਮਾਂ ਦਾ ਡਰ ਦੂਰ ਕਰ ਦੇਵੇ, ਜਿਹੜਾ ਜੰਮਣ ਤੇ ਮਰਨ ਦੇ ਜਿਹੜੇ ਡਰ ਹਨ ਇਹਨਾਂ ਤੋਂ ਛੁਡਾ ਦੇਵੇ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਕਵਿਤ ਸਵਈਆਂ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਹਨ ਕਿ ਜਿਵੇਂ ਇਹ ਚੀਜ਼ਾਂ ਇਸ ਅਵਸਥਾ ਦੇ ਵਿੱਚ ਜਾ ਕੇ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀਆਂ, ਉਸੇ ਪ੍ਰਕਾਰ ਹੀ ਗੁਰੂ ਦਾ ਦਰ ਛੱਡ ਕੇ, ਗੁਰੂ ਦਾ ਪੱਲਾ ਛੱਡ ਕੇ ਕਿਸੇ ਹੋਰ ਦੀ ਸੇਵਾ ਪ੍ਰਤਿਸ਼ਠਾ ਕਰਦੇ ਰਹੀਏ ਪਰ ਜਮਾਂ ਦਾ ਡਰ ਬਣਿਆ ਰਹਿੰਦਾ, ਉਹ ਦੂਰ ਨਹੀਂ ਹੁੰਦਾ। ਭਾਈ ਸਾਹਿਬ ਜੀ ਦੇ ਬਚਨ ਆਉਂਦੇ ਹਨ ਕਿ ਅੰਬਰ ਵੇਚਣ ਜਾਏ ਦਿਗੰਬਰਨ ਕੈ ਦੇਸ, ਪ੍ਰਾਪਤ ਨਾ ਲਾਭ ਹੋਏ ਸਹਿਸੋ ਹੈ ਮੂਲ ਕੋ। ਪਹਿਲੀ ਉਦਾਹਰਨ ਦਿੱਤੀ ਹੈ ਕਿ ਜਿਸ ਪ੍ਰਕਾਰ ਕੋਈ ਕੱਪੜਾ ਵੇਚਣ ਵਾਲਾ ਹੈ, ਬਜਾਜੀ ਦਾ ਕੰਮ ਕਰਨ ਵਾਲਾ ਹੈ, ਉਹ ਕੱਪੜਾ ਖਰੀਦੇ ਔਰ ਉਸ ਦੇਸ਼ ਦੇ ਵਿੱਚ ਕੱਪੜਾ ਵੇਚਣ ਚਲਿਆ ਜਾਏ ਜਿੱਥੇ ਕੱਪੜਾ ਕੋਈ ਪਾਉਂਦਾ ਹੀ ਨਹੀਂ ਹੈ, ਜਿੱਥੇ ਕੱਪੜੇ ਦੀ ਵਰਤੋਂ ਹੀ ਨਹੀਂ ਹੈ, ਕੋਈ ਤਨ ਤੇ ਕੱਪੜਾ ਧਾਰਨ ਹੀ ਨਹੀਂ ਕਰਦਾ, ਦਿਗੰਬਰ ਅਵਸਥਾ ਦੇ ਵਿੱਚ ਰਹਿਣ ਵਾਲੇ ਹਨ। ਉੱਥੇ ਜੇ ਕੋਈ ਕੱਪੜਾ ਵੇਚਣ ਚਲਿਆ ਜਾਏ ਤੇ ਭਾਈ ਸਾਹਿਬ ਜੀ ਕਹਿੰਦੇ ਉਹਨੂੰ ਖਰਚਾ ਵੀ ਪੈ ਜਾਂਦਾ ਹੈ, ਕੱਪੜੇ ਦਾ ਵੀ ਪੈਂਦਾ ਹੈ, ਪਰ ਲਾਭ ਨਹੀਂ ਪ੍ਰਾਪਤ ਹੁੰਦਾ। ਇਸ ਪ੍ਰਕਾਰ ਭਾਈ ਸਾਹਿਬ ਜੀ ਨੇ ਦੂਸਰੀ ਉਦਾਹਰਣ ਦਿੱਤੀ ਹੈ, ਰਤਨ ਪਰੀਖਿਆ ਸਿੱਖਿਆ ਚਾਹੇ ਅੰਧ ਨ ਪੈ। ਜਿਹੜੇ ਰਤਨ ਹੁੰਦੇ ਹਨ, ਹੀਰੇ ਮੋਤੀ ਹਨ, ਉਹਨਾਂ ਦੀ ਪਰਖ ਕਰਨੀ ਹੋਵੇ ਕਿ ਇਹ ਲਾਲ ਹੈ, ਇਹ ਮਾਣਕ ਹੈ, ਇਹ ਮੂੰਗਾ ਹੈ, ਇਹ ਪੰਨਾ ਹੈ, ਹੀਰਿਆਂ ਦੀਆਂ ਕਿਸਮਾਂ ਹਨ, ਤੇ ਉਹਨਾਂ ਦੀ ਪਰਖ ਕਰਨ ਵਾਸਤੇ ਜੌਹਰੀ ਦੇ ਪਾਸ ਜਾਣਾ ਪਏਗਾ। ਪਰ ਜੇ ਕੋਈ ਜੌਹਰੀ ਨੂੰ ਛੱਡ ਕੇ ਤੇ ਭਾਈ ਸਾਹਿਬ ਜੀ ਕਹਿੰਦੇ ਜਿਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਹਦੇ ਪਾਸ, ਅੰਨੇ ਮਨੁੱਖ ਦੇ ਪਾਸ ਚਲਿਆ ਜਾਏ ਕਿ ਮੈਨੂੰ ਹੀਰਿਆਂ ਦੀ ਪਰਖ ਕਰਨੀ ਸਿਖਾ ਦੇ, ਭਾਈ ਸਾਹਿਬ ਜੀ ਕਹਿੰਦੇ ਰਤਨ ਪਰੀਖਿਆ ਸਿੱਖਿਆ ਚਾਹੇ ਅੰਧ ਨ ਪੈ। ਜਿਵੇਂ ਉੱਥੋਂ ਉਸ ਨੂੰ ਇਸ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਰੰਕਨ ਪੈ ਮੰਗੈ ਰਾਜ,
ਇਸੇ ਪ੍ਰਕਾਰ ਹੀ ਕਹਿੰਦੇ ਜੇ ਕੋਈ ਕੰਗਾਲਾਂ ਦੇ ਪਾਸੋਂ ਰਾਜ ਮੰਗਣ ਚਲਿਆ ਜਾਏ ਕਿ ਮੈਨੂੰ ਰਾਜ ਦੇ ਦਿਓ, ਤੇ ਉਹਨਾਂ ਦੇ ਪਾਸ ਤੇ ਉਹ ਆਪ ਕੰਗਾਲ ਨੇ ਤੇ ਉਹ ਰਾਜ ਭਾਗ ਕੀ ਦੇਣਗੇ। ਇਸੇ ਪ੍ਰਕਾਰ ਭਾਈ ਸਾਹਿਬ ਜੀ ਨੇ ਅੱਗੇ ਉਦਾਹਰਣ ਦਿੱਤੀ ਹੈ ਕਿ ਜਿਸ ਪ੍ਰਕਾਰ ਗੂੰਗਾ ਪੈ ਪੜਤ ਜਾਏ ਵੈਦਕ ਜੋਤਕ ਵਿਦਿਆ। ਭਾਈ ਸਾਹਿਬ ਜੀ ਕਹਿੰਦੇ ਕੋਈ ਗੂੰਗਾ ਮਨੁੱਖ ਹੈ ਜਿਹੜਾ ਬੋਲ ਨਹੀਂ ਸਕਦਾ, ਉਹਦੇ ਪਾਸ ਕੋਈ ਵਿਦਿਆ ਪੜ੍ਹਨ ਚਲਿਆ ਜਾਏ ਕਿ ਮੈਨੂੰ ਤੂੰ ਵੈਦਗੀ ਦੀ ਵਿਦਿਆ ਦੱਸ ਦੇ ਵੀ ਫਲਾਣੀ ਦਵਾਈ ਜਿਹੜੀ ਹੈ ਇੱਦਾਂ ਤਿਆਰ ਹੁੰਦੀ ਹੈ ਤੇ ਇੱਦਾਂ ਉਹ ਕੰਮ ਕਰਦੀ ਆ, ਆਹ ਜੜੀਆਂ ਬੂਟੀਆਂ ਹਨ, ਇਸੇ ਪ੍ਰਕਾਰ ਜਿਹੜੀ ਜੋਤਿਸ਼ ਦੀ ਵਿਦਿਆ ਹੈ ਉਹ ਮੈਨੂੰ ਦੱਸ ਦੇ। ਤੇ ਗੂੰਗਾ ਆਦਮੀ ਤੇ ਬੋਲ ਨਹੀਂ ਸਕਦਾ, ਉੱਥੋਂ ਕੋਈ ਵਿਦਿਆ ਨਹੀਂ ਸਿੱਖ ਸਕਦਾ। ਬਹਿਰੇ ਪੈ ਰਾਗ ਨਾਦ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਕੋਈ ਵੀ ਬੋਲਾ ਹੈ ਜਿਸ ਨੂੰ ਸੁਣਦਾ ਨਹੀਂ, ਉਹਦੇ ਕੋਲ ਕੋਈ ਰਾਗ ਸਿੱਖਣ ਚਲਿਆ ਜਾਏ ਵੀ ਮੈਨੂੰ ਰਾਗ ਸਿਖਾ ਦੇ। ਜਿਵੇਂ ਇਹ ਚੀਜ਼ਾਂ ਭਾਈ ਸਾਹਿਬ ਜੀ ਕਹਿੰਦੇ ਇਹ ਕਿਤੋਂ ਜਿਵੇਂ ਕੋਈ ਜਾਵੇ ਤੇ ਪ੍ਰਾਪਤ ਨਹੀਂ ਹੁੰਦੀਆਂ, ਇਸੇ ਪ੍ਰਕਾਰ ਤੈਸੇ ਆਨ ਦੇਵ ਦੋਖ ਮੇਟ ਮੋਖ ਚਾਹੈ। ਇਸੇ ਪ੍ਰਕਾਰ ਹੀ ਕੋਈ ਗੁਰੂ ਦਾ ਦਰ ਛੱਡ ਕੇ ਹੋਰ ਦੇਵੀ ਦੇਵਤੇ ਦੀ ਆਰਾਧਨਾ ਕਰੇ ਤੇ ਉਹਨੂੰ ਆਖੇ ਵੀ ਮੈਨੂੰ ਮੁਕਤੀ ਦੇ ਦੇ, ਮੇਰਾ ਜੰਮਣ ਮਰਨ ਮੇਟ ਦੇ, ਜਮਾਂ ਦਾ ਡਰ ਮੇਰਾ ਮੇਟ ਦੇ, ਤੇ ਭਾਈ ਸਾਹਿਬ ਜੀ ਕਹਿੰਦੇ ਬਿਨਾਂ ਸਤਿਗੁਰ ਦੁਖ ਸਹਿ ਜਮ ਸੂਲ ਕੋ। ਬਿਨਾਂ ਸਤਿਗੁਰੂ ਤੋਂ ਜਿਹੜਾ ਜਮਾਂ ਦਾ ਡਰ ਹੈ ਨਾ, ਇਹ ਸੂਲ ਦੁੱਖ ਹੈ, ਇਹ ਬਣਿਆ ਹੀ ਰਹਿੰਦਾ ਹੈ। ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਤੇ ਗੁਰੂ ਕਿਰਪਾ ਕਰਕੇ ਐਸੀ ਬ੍ਰਹਮਲੀਨ ਦੀ ਅਵਸਥਾ ਬਖਸ਼ ਦੇਵੇ, ਉਹਨਾਂ ਦਾ ਫਿਰ ਜਮਾਂ ਦਾ ਤਰਾਸ, ਜਮਾਂ ਦਾ ਜਿਹੜਾ ਡਰ ਹੈ ਇਹ ਵੀ ਮਿਟ ਜਾਂਦਾ ਹੈ। ਜਬ ਅਵਗਤ ਅਗੋਚਰ ਪ੍ਰਭ ਏਕਾ। ਸਤਿਗੁਰੂ ਜੀ ਕਹਿੰਦੇ ਜਦੋਂ ਅਵਗਤ, ਜੋ ਜਿਸ ਦੀ ਪ੍ਰਾਪਤੀ, ਗਤ ਦਾ ਅਰਥ ਹੁੰਦਾ ਪ੍ਰਾਪਤੀ, ਅਬ ਦਾ ਅਰਥ ਹੁੰਦਾ ਕਠਨ। ਜਿਸ ਪਰਮੇਸ਼ਰ ਦੀ ਪ੍ਰਾਪਤੀ ਕਠਨ ਹੈ, ਅਵਗਤ ਹੈ, ਅਗੋਚਰ ਫਿਰ ਜਿਹੜਾ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਜਿਨ੍ਹਾਂ ਅੱਖਾਂ ਦੁਆਰਾ ਅਸੀਂ ਸੰਸਾਰ ਦੇਖਦੇ ਹਾਂ, ਇਹਨਾਂ ਅੱਖਾਂ ਦੁਆਰਾ ਰੱਬ ਨਹੀਂ ਦਿਸਦਾ, ਇਹਨਾਂ ਇੰਦਰੀਆਂ ਦਾ ਉਹ ਵਿਸ਼ੇ ਹੀ ਨਹੀਂ ਹੈ, ਕਿਉਂਕਿ ਸਾਰੀਆਂ ਇੰਦਰੀਆਂ ਸੰਸਾਰ ਵੱਲ ਨੂੰ ਜੁੜਦੀਆਂ ਹਨ। ਅੱਖਾਂ ਬਾਹਰ ਨੂੰ ਦੇਖਦੀਆਂ, ਕੰਨ ਬਾਹਰੋਂ ਸੁਣਦੇ। ਇਸੇ ਪ੍ਰਕਾਰ ਇਹਨਾਂ ਇੰਦਰੀਆਂ ਦਾ ਸੰਬੰਧ ਬਾਹਰ ਮੁਖੀ ਹੈ, ਇਹ ਬਿਰਤੀ ਬਾਹਰ ਮੁਖ ਨੂੰ ਲੈ ਕੇ ਜਾਂਦੀਆਂ। ਪਰ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ ਉਹ ਤੇ ਅੰਤਰਮੁਖ ਹੋ ਕੇ ਅੰਤਰ ਆਤਮੇ ਨਾਲ ਜੁੜ ਕੇ ਉਹਦੀ ਪ੍ਰਾਪਤੀ ਹੁੰਦੀ। ਇਸ ਕਰਕੇ ਉਹ ਅਗੋਚਰ ਹੈ, ਇਹਨਾਂ ਇੰਦਰੀਆਂ ਦਾ ਵੀ ਵਿਸ਼ੇ ਨਹੀਂ ਹੈ, ਅਵਗਤ ਅਗੋਚਰ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜੋ ਐਸਾ ਪਰਮੇਸ਼ਰ ਹੈ। ਤਬ ਚਿਤਰ ਗੁਪਤ ਕਿਸ ਪੂਸ਼ਤ ਲੇਖਾ। ਜਦੋਂ ਕੋਈ ਐਸੇ ਪਰਮੇਸ਼ਰ ਦੇ ਨਾਲ ਜੁੜ ਜਾਏ ਤੇ ਫਿਰ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ। ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ ਚਿੱਤਰ ਤੇ ਗੁਪਤ ਲੇਖਾ ਲਿਖਣ ਵਾਲੇ ਮੰਨੇ ਹਨ, ਧਰਮ ਰਾਜ ਦੇ ਮੁਨਸ਼ੀ ਮੰਨੇ ਹਨ ਕਿ ਇਹ ਜੀਵ ਦਾ ਲੇਖਾ ਜੋਖਾ ਲਿਖਦੇ ਹੈ। ਇੱਕ ਸੱਜੇ ਮੋਢੇ ਤੇ ਹੈ, ਇੱਕ ਖੱਬੇ ਤੇ ਹੈ। ਇਹ ਖਿਆਲ ਦੱਸੇ ਜਾਂਦੇ ਹਨ ਕਿ ਇੱਕ ਪੁੰਨ ਲਿਖਦਾ ਹੈ, ਇੱਕ ਪਾਪ ਲਿਖਦਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਔਰ ਇਹ ਚਿੱਤਰ ਤੇ ਗੁਪਤ ਜਿਹੜੇ ਲੇਖਾ ਲਿਖਣ ਵਾਲੇ ਹਨ ਕਿ ਪਾਪ ਕਿੰਨੇ ਕੀਤੇ ਹੈ, ਪੁੰਨ ਕਿੰਨੇ ਕੀਤੇ ਹੈ, ਫਿਰ ਇਹਨਾਂ ਦਾ ਹਿਸਾਬ ਕਿਤਾਬ ਮਿਟ ਜਾਂਦਾ ਹੈ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਜੇ ਦੇ ਦਰ ਚੋਂ ਵੀ ਉਹਨਾਂ ਦੇ ਕਾਗਜ਼ ਲੇਖੇ ਜੋਖੇ ਦੇ ਪਾਟ ਜਾਂਦੇ ਹੈ, ਜਿਹੜਾ ਐਸੇ ਪ੍ਰਭੂ ਪਰਮੇਸ਼ਰ ਦੇ ਨਾਲ ਲੀਨ ਹੋ ਜਾਂਦਾ ਹੈ। ਜਬ ਨਾਥ ਨਿਰੰਜਨ ਅਗੋਚਰ ਅਗਾਧੇ। ਸਤਿਗੁਰੂ ਜੀ ਕਹਿੰਦੇ ਜਦੋਂ ਸਭ ਦਾ ਨਾਥ ਮਾਲਕ ਨਿਰੰਜਨ, ਜੋ ਮਾਇਆ ਰੂਪੀ ਸੁਰਮੇ ਤੋਂ ਰਹਿਤ ਹੈ। ਸਾਡੇ ਸਾਰੇ ਜੀਵਾਂ ਦੇ ਅੰਦਰ ਜਿਹੜਾ ਮਾਇਆ ਰੂਪੀ ਸੁਰਮਾ ਨਾ ਪਿਆ ਹੋਇਆ ਹੈ, ਅਸੀਂ ਮਾਇਆ ਦੇ ਅਧੀਨ ਹਾਂ ਜੀਵ। ਪਰ ਉਹ ਪਰਮੇਸ਼ਰ ਵਾਹਿਗੁਰੂ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਐਸਾ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਸਭ ਦਾ ਨਾਥ ਸੁਆਮੀ, ਮਾਇਆ ਦੀ ਕਾਲਖ ਤੋਂ ਰਹਿਤ, ਅਗਮ ਅਗੋਚਰ, ਜਿਹੜਾ ਮਨ ਤੇ ਬੁੱਧੀ ਦੀ ਗਮਤਾ ਤੋਂ ਪਰੇ ਹੈ। ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਜਦੋਂ ਐਸੇ ਪਰਮੇਸ਼ਰ ਦੇ ਨਾਲ ਕੋਈ ਜੁੜ ਜਾਵੇ ਤੇ ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ। ਫਿਰ ਸਤਿਗੁਰੂ ਜੀ ਕਹਿੰਦੇ ਕਿੰਨੇ ਛੁੱਟਣਾ ਹੈ ਤੇ ਕਿਸ ਨੇ ਬੰਧਨਾਂ ਦੇ ਵਿੱਚ ਵੱਜਣਾ ਹੈ। ਕਿਸ ਨੇ ਕਰਮ ਕਰਕੇ ਉਹਨਾਂ ਕਰਮਾਂ ਦੇ ਫਲ ਦੇ ਵਿੱਚ ਵੱਜ ਜਾਣਾ ਹੈ, ਔਰ ਕਿਸ ਨੇ ਗਿਆਨ ਪ੍ਰਾਪਤ ਕਰਕੇ ਉੱਥੋਂ ਛੁੱਟ ਜਾਣਾ ਹੈ, ਕਿਉਂਕਿ ਉਹ ਬ੍ਰਹਮ ਦਾ ਰੂਪ ਹੋ ਗਿਆ।
ਜਿਹੜਾ ਬ੍ਰਹਮ ਦਾ ਲੀਨ ਹੋ ਗਿਆ, ਉਹਦੇ ਵਿੱਚ ਅਭੇਦ ਹੋ ਗਿਆ, ਉਹਨੇ ਕੀ ਬੰਨਣਾ ਤੇ ਕੀ ਛੁੱਟਣਾ ਹੈ, ਇਹ ਦੋਵੇਂ ਹੀ ਛੁਟਕਾਰੇ ਉਹਦੇ ਰਹਿਤ ਹੋ ਜਾਂਦੇ ਹਨ। ਆਪਨੇ ਆਪ ਹੀ ਆਚਰਜਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਆਪਣਾ ਇਹ ਅਚਰਜਾ ਕਈ ਅਚਰਜ ਰੂਪ ਧਾਰਿਆ ਹੈ। ਉਹ ਪਰਮੇਸ਼ਰ ਦਾ ਸਰੂਪ ਕੈਸਾ ਹੈ? ਅਚਰਜ ਹੈ। ਉਹਨੂੰ ਕੋਈ ਸਮਝ ਨਹੀਂ ਸਕਦਾ, ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕੀ ਉਹਦੇ ਕੋਈ ਰੂਪ ਬਾਰੇ ਬਿਆਨ ਕਰੇ? ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੁਦਰਤ ਦਾ ਨਕਸ਼ਾ ਖਿੱਚਦਿਆਂ ਹੋਇਆਂ ਆਸਾ ਦੀ ਵਾਰ ਦੇ ਅੰਦਰ ਜ਼ਿਕਰ ਕੀਤਾ ਹੈ ਨਾ, ਵੀ ਉਹ ਪਰਮੇਸ਼ਰ ਵਾਹਿਗੁਰੂ ਕਿਵੇਂ ਕੁਦਰਤ ਰੂਪ ਹੋ ਰਿਹਾ ਹੈ, ਕਿਵੇਂ ਉਹ ਵਿਸਮਾਦ ਰੂਪ ਹੋ ਰਿਹਾ ਹੈ, ਕਿਵੇਂ ਉਹ ਅਚਰਜ ਰੂਪ ਹੋ ਰਿਹਾ ਹੈ। ਇਸ ਕਰਕੇ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਆਪ ਹੀ ਆਪਣਾ ਅਚਰਜ ਰੂਪ ਜਿਹੜਾ ਹੈ, ਅਚਰਜ ਰੂਪੰ ਰਹੰਤ ਜਨਮੰ, ਉਹ ਪਰਮੇਸ਼ਰ ਦਾ ਐਸਾ ਸਰੂਪ ਹੈ, ਉਹ ਜਨਮ ਤੇ ਮਰਨ ਤੋਂ ਰਹਿਤ ਹੈ। ਔਰ ਜਿਹੜਾ ਉਹਦੇ ਵਿੱਚ ਜੁੜ ਜਾਏ, ਉਹਦੇ ਨਾਮ ਦਾ ਅਭਿਆਸੀ ਬਣ ਜਾਵੇ। ਨਾਨਕ ਆਪਨ ਰੂਪ ਆਪ ਹੀ ਉਪਰਜਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਆਪਣਾ ਸਰੂਪ ਹੀ ਉਪਰਜਾ ਕੀ ਇਹ ਪੈਦਾ ਕਰ ਦਿੰਦਾ ਹੈ। ਉਸ ਦੇ ਅੰਦਰ ਵੀ ਉਸੇ ਦਾ ਹੀ ਰੂਪ ਪੈਦਾ ਹੋ ਜਾਂਦਾ ਹੈ, ਭਾਵ ਕਿ ਉਹਦਾ ਰੂਪ ਬਣ ਜਾਂਦਾ ਹੈ। ਨਾਮ ਦਾ ਅਭਿਆਸ ਕਰਨ ਵਾਲਾ ਜੀਵ, ਨਾਮ ਦਾ ਚਿੰਤਨ ਕਰਨ ਵਾਲਾ, ਇੱਕ ਦਿਨ ਨਾਮ ਦੇ ਵਾਲਾ ਜੋ ਨਾਮੀ ਪਰਮੇਸ਼ਰ ਹੈ, ਉਸੇ ਦਾ ਹੀ ਰੂਪ ਉਹਦੇ ਅੰਦਰ ਪੈਦਾ ਹੋ ਜਾਂਦਾ ਹੈ। ਕਿਉਂਕਿ ਪਰਮੇਸ਼ਰ ਗਿਆਨ ਸਰੂਪ ਹੈ ਤੇ ਨਾਮ ਦੁਆਰਾ ਹੀ ਉਹਦੇ ਅੰਦਰ ਗਿਆਨ ਸਰੂਪ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ, ਔਰ ਉਹਦੇ ਵਿੱਚ ਹੀ ਭੇਦ ਹੋ ਜਾਂਦਾ ਹੈ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਸਤਿਗੁਰੂ ਜੀ ਕਹਿੰਦੇ ਜਹ ਨਿਰਮਲ ਪੁਰਖ ਪਤ ਹੋਤਾ, ਜੋ ਮਾਇਆ, ਜੋ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਸਰੂਪ ਹੈ, ਪੁਰਖ ਜੋ ਵਿਆਪਕ ਸਰੂਪ ਹੈ। ਪੁਰਖ ਪਤ, ਫਿਰ ਜਿੰਨੇ ਜੀਵ ਹਨ ਪੁਰਖ ਹਨ, ਉਹਨਾਂ ਦਾ ਉਹ ਮਾਲਕ ਹੈ। ਜੋ ਉਹ ਐਸੀ ਅਵਸਥਾ ਦੇ ਵਿੱਚ ਜਦੋਂ ਹੁੰਦਾ ਹੈ, ਤਹਿ ਬਿਨ ਮੈਲ ਕਹੋ ਕਿਆ ਧੋਤਾ। ਫਿਰ ਸਤਿਗੁਰੂ ਜੀ ਕਹਿੰਦੇ ਹਨ ਤਹਿ ਬਿਨ ਮੈਲ, ਤੇ ਉਸ ਤੋਂ ਬਿਨਾ ਫਿਰ ਕੀ ਮੈਲ ਰਹਿ ਜਾਂਦੀ ਹੈ ਤੇ ਕਿਸ ਚੀਜ਼ ਨੂੰ ਧੋਣਾ ਹੈ। ਮੈਲ ਕਿਹੜੀ ਹੈ? ਮਨ ਦੇ ਉੱਤੇ ਸਾਡੇ ਜਿਹੜੀ ਸੰਸਕਾਰਾਂ ਰੂਪੀ ਮੈਲ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਡਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ। ਇਹ ਜਿਹੜੀ ਮਨ ਦੇ ਉੱਤੇ ਮੈਲ ਲੱਗੀ ਹੋਈ ਹੈ, ਸਤਿਗੁਰੂ ਜੀ ਕਹਿੰਦੇ ਇਹ ਓਨਾ ਚਿਰ ਹੀ ਹੈ ਜਿੰਨਾ ਚਿਰ ਜੀਵ ਆਪਣੀ ਜੀਵ ਕੋਟੀ ਦੇ ਵਿੱਚ ਹੈ, ਭਾਵ ਕਿ ਇਹ ਸਰੀਰਕ ਤਲ ਤੇ ਹੈ, ਸਾਧਨਾ ਦੇ ਵਿੱਚ ਜੁੜਿਆ ਹੋਇਆ ਹੈ, ਪਰ ਹਲੇ ਉਹਦੇ ਵਿੱਚ ਲੀਨ ਨਹੀਂ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਜਦੋਂ ਰੂਪ ਬਣ ਜਾਏ, ਉਹਦੇ ਆਤਮਕ ਨਿਜ ਸਰੂਪ ਦੇ ਵਿੱਚ ਭੇਦ ਹੋ ਜਾਏ, ਫਿਰ ਕਿਹੜੀ ਮੈਲ ਰਹਿ ਜਾਂਦੀ ਹੈ ਤੇ ਕਿਸ ਨੂੰ ਧੋਣਾ ਹੈ, ਭਾਵੇਂ ਸਭ ਕੁਝ ਖਤਮ ਹੋ ਜਾਂਦਾ ਹੈ। ਜਹ ਨਿਰੰਜਨ ਨਿਰੰਕਾਰ ਨਿਰਵਾਨ। ਸਤਿਗੁਰੂ ਜੀ ਕਹਿੰਦੇ ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਨਿਰੰਜਨ ਮਾਇਆ ਦੀ ਕਾਲਕ ਤੋਂ ਰਹਿਤ ਸਰੂਪ ਹੈ ਜਿਸ ਦਾ, ਤੇ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਹੈ, ਨਿਰਵਾਣ ਜਿਹੜੇ ਬੰਧਨ ਹਨ ਤਰ੍ਹਾਂ ਤਰ੍ਹਾਂ ਦੇ, ਇਹਨਾਂ ਤੋਂ ਰਹਿਤ ਸਰੂਪ ਹੈ ਜਿਸ ਦਾ। ਕੌਣ ਕਉ ਮਾਨ ਕੌਣ ਅਭਿਮਾਨ। ਫਿਰ ਸਤਿਗੁਰੂ ਜੀ ਕਹਿੰਦੇ ਕਿਹੜਾ ਮਾਨ ਤੇ ਕਿਹੜਾ ਅਭਿਮਾਨ ਰਹਿ ਜਾਂਦਾ ਹੈ, ਭਾਵ ਕਿ ਕਿਸ ਚੀਜ਼ ਦਾ ਜੀਵ ਮਾਨ ਕਰੇ ਤੇ ਕਿਹੜੀ ਚੀਜ਼ ਦਾ ਹੰਕਾਰ ਕਰੇ। ਇਹ ਦੋਹੇ ਚੀਜ਼ਾਂ ਹੀ ਉੱਥੇ ਐਸੀ ਅਵਸਥਾ ਦੇ ਵਿੱਚ ਜਾ ਕੇ ਖਤਮ ਹੋ ਜਾਂਦੀਆਂ ਹਨ, ਮਿਟ ਜਾਂਦੀਆਂ ਹਨ। ਮਾਣ ਜਿਹੜਾ ਆਪਾਂ ਕਰਦੇ ਹਾਂ, ਕੋਈ ਜਾਤੀ ਦਾ ਮਾਣ ਕਰਦਾ ਹੈ, ਕੋਈ ਧਨ ਦਾ ਮਾਣ ਕਰਦਾ ਹੈ, ਕੋਈ ਚੰਗੀ ਆਪਣੇ ਅਹੁਦੇ ਦਾ ਮਾਣ ਕਰਦਾ ਹੈ, ਇਸੇ ਪ੍ਰਕਾਰ ਕੋਈ ਤਨ ਦੀ ਹੰਗਤਾ ਕਰਦਾ ਹੈ। ਇਹ ਮਾਨ ਤੇ ਅਭਿਮਾਨ ਜਿਹੜਾ ਹੈ ਦੋਵੇਂ ਮਿਟ ਜਾਂਦੇ ਹਨ। ਜਹ ਸਰੂਪ ਕੇਵਲ ਜਗਦੀਸ਼। ਸਤਿਗੁਰੂ ਜੀ ਕਹਿੰਦੇ ਜਿੱਥੇ ਕੇਵਲ ਤੇ ਕੇਵਲ ਜਗਤ ਦਾ ਜੋ ਈਸ਼ਰ ਹੈ, ਜਗਤ ਦਾ ਜੋ ਮਾਲਕ ਪਰਮੇਸ਼ਰ ਵਾਹਿਗੁਰੂ ਹੈ, ਉਸੇ ਦਾ ਹੀ ਆਪਣਾ ਸਵੈ ਸਰੂਪ ਜਿਹੜਾ ਰਹਿੰਦਾ ਹੈ। ਬਹਿ ਛਲ ਛਿਦਰ ਲਗਤ ਕਹੋ ਕੀਸ। ਉੱਥੇ ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ ਮਾਇਆ ਦੇ ਛਲ ਹਨ ਇਹ ਕੀ ਲੱਗਣੇ ਹਨ, ਤੇ ਇਸੇ ਪ੍ਰਕਾਰ ਜਿਹੜੇ ਛਿਦਰ ਧੋਖੇ ਹਨ, ਮਾਇਆ ਦੇ ਧੋਖੇ ਹੋ ਜਾਂਦੇ ਆ, ਇਹ ਵੀ ਜਿਹੜੇ ਹਨ ਮਿਟ ਜਾਂਦੇ ਹਨ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਜਿੱਥੇ ਉਹ ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੀ ਜੋਤ ਦੇ ਨਾਲ ਮਿਲ ਕੇ ਵਸਿਆ ਹੋਇਆ ਹੈ। ਉਹ ਪਰਮੇਸ਼ਰ ਵਾਹਿਗੁਰੂ ਜੋਤ ਸਰੂਪ ਹੈ, ਔਰ ਉਸੇ ਦੀ ਜੋਤ ਜਿਹੜੀ ਹੈ ਸਭ ਦੇ ਵਿੱਚ ਉਹ ਮਿਲੀ ਹੋਈ ਹੈ। ਇਸੇ ਕਰਕੇ ਸਤਿਗੁਰਾਂ ਦੇ ਬਚਨ ਆਉਂਦੇ ਹਨ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।
ਜਦੋਂ ਜੋਤ ਦੇ ਵਿੱਚ ਜੋਤ ਰਲ ਜਾਂਦੀ ਹੈ, ਫੇਰ ਹੀ ਜੀਵ ਦੀ ਅਸਲੀ ਜਿਹੜੀ ਸਫਲਤਾ ਹੈ ਨਾ ਮਨੁੱਖੀ ਸਰੀਰ ਧਾਰਨ ਕਰਨ ਦੀ, ਇਹ ਜੰਮਣ ਤੇ ਮਰਨ ਦੇ ਚੱਕਰ ਦਾ ਜਿਹੜਾ ਸਿਲਸਿਲਾ ਫੇਰ ਮਿਟਦਾ ਹੈ। ਉਹਨਾਂ ਚਿਰ ਇਹ ਸਰੀਰਾਂ ਦੇ ਵਿੱਚ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਉਸ ਸਮੇਂ ਫਿਰ ਇਹ ਜੀਵ ਦੀ ਐਸੀ ਅਵਸਥਾ ਦੇ ਵਿੱਚ ਜੀਵ ਚਲ ਜਾਂਦਾ ਹੈ। ਦਹਿ ਕਿਸ ਹੈ ਭੂਖ ਕਵਣ ਤ੍ਰਿਪਤਾਵੈ। ਫਿਰ ਸਤਿਗੁਰੂ ਜੀ ਕਹਿੰਦੇ ਫਿਰ ਕਿਸ ਨੂੰ ਭੁੱਖ ਲੱਗਣੀ ਹੈ ਔਰ ਕਿਸ ਨੇ ਭੋਜਨ ਨੂੰ ਛਕ ਕੇ ਰੱਜਣਾ ਹੈ, ਤ੍ਰਿਪਤ ਹੋਣਾ ਹੈ। ਕਿਸ ਨੇ ਉਸ ਭੁੱਖ ਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਦੇ ਆਪਾਂ, ਭੁੱਖ ਲੱਗਦੀ ਹੈ, ਸਵੇਰੇ ਖਾ ਲਓ ਸ਼ਾਮ ਨੂੰ ਫਿਰ ਆ ਜਾਂਦੀ ਹੈ, ਸ਼ਾਮ ਨੂੰ ਖਾ ਲਓ ਸਵੇਰ ਨੂੰ ਫਿਰ ਲੱਗ ਜਾਂਦੀ ਹੈ। ਇਹ ਜਿਹੜੀ ਭੁੱਖ ਲੱਗੀ ਹੈ, ਜਿਵੇਂ ਤਰ੍ਹਾਂ ਤਰ੍ਹਾਂ ਦੀ ਭੁੱਖ ਹੈ, ਸਰੀਰ ਨੂੰ ਭੁੱਖ ਲੱਗੀ ਹੈ, ਮਨ ਨੂੰ ਭੁੱਖ ਲੱਗੀ ਹੈ, ਵਿਸ਼ੇ ਵਿਕਾਰਾਂ ਦੀ ਲੱਗੀ ਹੈ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਭੁੱਖ ਫਿਰ ਉਸ ਜੀਵ ਨੂੰ ਕੀ ਲੱਗਣੀ ਹੈ ਤੇ ਕੀ ਉਸ ਨੇ ਤ੍ਰਿਪਤ ਹੋਣਾ ਹੈ, ਭਾਵ ਕਿ ਜਿਹੜੇ ਇਹ ਸੰਸਾਰੀ ਸੁੱਖਾਂ ਦੀ ਭੁੱਖ ਹੈ ਨਾ, ਇਹ ਵੀ ਮਿਟ ਜਾਂਦੀ ਹੈ, ਇੱਧਰਲੇ ਪਾਸਿਓਂ ਮਨ ਰੱਜ ਜਾਂਦਾ ਹੈ। ਕਰਨ ਕਰਾਵਨ ਕਰਨੈ ਹਾਰ। ਸਤਿਗੁਰੂ ਜੀ ਕਹਿੰਦੇ ਕਰਨ ਕਰਾਵਣ ਕਰਨੈ ਹਾਰ। ਇਹ ਸ੍ਰਿਸ਼ਟੀ ਨੂੰ ਕਰਨ ਵਾਲਾ ਔਰ ਇਹ ਸ੍ਰਿਸ਼ਟੀ ਦੁਆਰਾ ਅੱਗੇ ਜੀਵਾਂ ਤੋਂ ਜਿਹੜੇ ਕਰਮ ਹਨ ਉਹਨਾਂ ਨੂੰ ਕਰਾਉਣ ਵਾਲਾ, ਉਹ ਕਰਨਾ ਹਾਰ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ। ਨਾਨਕ ਕਰਤੇ ਕਾ ਨਾਹਿ ਸੁਮਾਰ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਦਾ ਕੋਈ ਸ਼ੁਮਾਰ ਨਹੀਂ ਹੈ, ਕੋਈ ਹਿਸਾਬ ਕਿਤਾਬ ਨਹੀਂ ਹੈ, ਕੋਈ ਉਸ ਦੀ ਗਿਣਤੀ ਮਿਣਤੀ ਨਹੀਂ ਕਰ ਸਕਦਾ ਵੀ ਉਹ ਕਿੰਨੇ ਕਰਮ ਕਰਦਾ ਹੈ। ਜੀਵ ਦੇ ਕਰਮਾਂ ਦਾ ਹਿਸਾਬ ਨਹੀਂ ਹੈ। ਜਿਵੇਂ ਸਤਿਗੁਰਾਂ ਨੇ ਜਪਜੀ ਸਾਹਿਬ ਅੰਦਰ ਕਿਹਾ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ। ਉਹ ਪਰਮੇਸ਼ਰ ਵਾਹਿਗੁਰੂ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਤੇ ਉਹ ਕਿੰਨੇ ਕਰਮ ਕਰ ਰਿਹਾ ਉਹਨਾਂ ਨੂੰ ਕੀ ਕੋਈ ਲਿਖ ਕੇ ਦੱਸੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਵਾਹਿਗੁਰੂ ਦਾ ਕਿਸੇ ਬੰਨਿਓ ਵੀ ਕੋਈ ਹਿਸਾਬ, ਕੋਈ ਗਿਣਤੀ, ਕੋਈ ਮਿਣਤੀ ਲਾ ਕੇ ਦੱਸ ਨਹੀਂ ਸਕਦਾ। ਜਬ ਆਪਣੀ ਸੋਭਾ ਆਪਨ ਸੰਗ ਬਨਾਈ। ਸਤਿਗੁਰੂ ਜੀ ਕਹਿੰਦੇ ਜਿਸ ਸਮੇਂ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਸੋਭਾ, ਆਪਣੀ ਵਡਿਆਈ ਜਿਹੜੀ ਹੈ ਆਪਣ ਸੰਗ ਬਣਾਈ, ਆਪਣੇ ਸੰਗ ਆਪਣੇ ਨਾਲ ਹੀ ਉਸ ਨੇ ਬਣਾਈ ਹੈ। ਜਿਹੜੀ ਸੋਭਾ ਹੈ, ਜਿਹੜੀ ਵਡਿਆਈ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਆਪ ਦੇ ਅੰਗ ਸੰਗ ਹੀ ਹੈ ਔਰ ਆਪਣੀ ਵਡਿਆਈ ਦੇ ਸਹਿਤ ਉਹ ਆਪ ਹੀ ਵਿਰਾਜਦਾ ਹੈ। ਸੰਸਾਰ ਦੇ ਵਿੱਚ ਕੋਈ ਜੀਵ ਪੂਰਨ ਰੂਪ ਦੇ ਵਿੱਚ ਉਹ ਪਰਮੇਸ਼ਰ ਦੀ ਵਡਿਆਈ, ਉਹਦੀ ਸਿਫਤ ਨੂੰ ਬਿਆਨ ਨਹੀਂ ਕਰ ਸਕਦਾ। ਆਪਣੀ ਵਡਿਆਈ ਨੂੰ, ਆਪਣੀ ਸੋਭਾ ਨੂੰ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਜਾਣਦਾ ਹੈ ਔਰ ਆਪ ਹੀ ਆਪਣੀ ਵਡਿਆਈ ਦੇ ਸੰਗ ਹੋ ਕੇ ਵਿਰਾਜਦਾ ਹੈ। ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਸਤਿਗੁਰੂ ਜੀ ਕਹਿੰਦੇ ਜਦੋਂ ਜੀਵ ਐਸੇ ਪਰਮੇਸ਼ਰ ਵਾਹਿਗੁਰੂ ਦੇ ਨਾਲ, ਜਿਸ ਦੀਆਂ ਵੱਡੇ ਕੀਆਂ ਵੱਡੀ ਵਡਿਆਈ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਲ ਜਦੋਂ ਜੁੜਦਾ ਹੈ, ਫਿਰ ਤਹ ਮਾਤ ਪਿਤਾ ਕੀ, ਉੱਥੇ ਮਾਤਾ ਪਿਤਾ ਭੈਣ ਭਰਾ ਇਹ ਜਿਹੜੇ ਰਿਸ਼ਤੇ ਹਨ, ਇਹਨਾਂ ਦਾ ਮੋਹ ਜਿਹੜਾ ਹੈ ਉਹ ਮਿਟ ਜਾਂਦਾ ਹੈ। ਜਿਹੜੇ ਤਰ੍ਹਾਂ ਤਰ੍ਹਾਂ ਦੇ ਇਹ ਮੋਹ ਬਣਿਆ ਰਹਿੰਦਾ ਹੈ, ਮਾਤਾ ਪਿਤਾ ਦਾ, ਭੈਣ ਭਾਈਆਂ ਦਾ, ਇਸੇ ਪ੍ਰਕਾਰ ਇਹ ਜਿੰਨੀਆਂ ਵੀ ਰਿਸ਼ਤੇਦਾਰੀਆਂ ਦਾ ਆਪੋ ਵਿੱਚ ਦੀ ਮੋਹ ਦਾ ਜਿਹੜਾ ਪਸਾਰਾ ਹੈ, ਇਹ ਸਾਰਾ ਹੀ ਸਤਿਗੁਰੂ ਜੀ ਕਹਿੰਦੇ ਉਸ ਅਵਸਥਾ ਦੇ ਵਿੱਚ ਅਭਾਵ ਹੋ ਜਾਂਦਾ ਹੈ, ਸਮਾਪਤ ਹੋ ਜਾਂਦਾ ਹੈ। ਜਹ ਸਰਬ ਕਲਾ ਆਪ ਹੈ ਪਰਬੀਨ। ਸਤਿਗੁਰੂ ਜੀ ਕਹਿੰਦੇ ਜਿੱਥੇ ਸਰਬ ਕਲਾ ਆਪ ਹੈ ਪਰਬੀਨ, ਉਹ ਸਾਰੀਆਂ ਕਲਾ ਜਿਹੜੀਆਂ ਸ਼ਕਤੀਆਂ ਹਨ ਉਹਨਾਂ ਦਾ ਮਾਲਕ ਤੇ ਆਪ ਹੀ ਪ੍ਰਬੀਨ ਤੋਂ ਭਾਵ ਕਹੀਏ ਚਤਰ ਤੇ ਸਿਆਣਾ ਹੈ। ਉਹ ਪਰਮੇਸ਼ਰ ਵਾਹਿਗੁਰੂ ਕਿੱਡਾ ਚਤਰ, ਕਿੱਡਾ ਸਿਆਣਾ ਹੈ, ਉਹਦੇ ਤੋਂ ਵੱਡੀ ਸਿਆਣਪ ਵਾਲਾ ਕੌਣ ਹੋ ਸਕਦਾ ਹੈ। ਜਿਸ ਨੇ ਇਹ ਤਰ੍ਹਾਂ ਤਰ੍ਹਾਂ ਦੇ ਜੀਵ ਰਚ ਦਿੱਤੇ ਹੈ, ਤਰ੍ਹਾਂ ਤਰ੍ਹਾਂ ਦੇ ਰਿਜ਼ਕ ਉਹਨਾਂ ਦੇ ਬਣਾ ਦਿੱਤੇ ਹੈ, ਕਿੰਨੇ ਖੰਡ ਬ੍ਰਹਿਮੰਡ ਉਸ ਨੇ ਰਚ ਦਿੱਤੇ ਹੈ, ਕਿੱਥੇ ਕਿੱਥੇ ਕਿਹੜੀ ਕਿਹੜੀ ਰਚਨਾ ਉਸ ਨੇ ਕੀਤੀ ਹੋਈ ਹੈ। ਉਹ ਸਾਰੇ ਪ੍ਰਬੰਧ ਨੂੰ ਕਰਨ ਵਾਲਾ, ਸਾਰੇ ਪ੍ਰਕਾਰ ਦੇ ਇਹ ਪੰਜਾਂ ਤੱਤਾਂ ਦਾ ਸਰੀਰ ਦੇਖ ਲਓ ਬਣਾ ਲਿਆ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਹੁਣ ਜਿਹੜੇ ਵਿਰੋਧੀ ਤੱਤ ਨੇ, ਅੱਗ ਦਾ ਵਿਰੋਧੀ ਪਾਣੀ ਹੈ, ਦੇਖ ਲਓ ਸਰੀਰ ਦੇ ਵਿੱਚ ਸਾਰਾ ਕੁਝ ਹੀ ਰੱਖ ਦਿੱਤਾ। ਅੱਗ ਵੀ ਵਿੱਚ ਹੀ ਹੈ, ਪਾਣੀ ਵੀ ਵਿੱਚ ਹੀ ਹੈ, ਹਵਾ ਵੀ ਵਿੱਚ ਹੀ ਹੈ, ਪੰਜੇ ਤੱਤ ਇਕੱਠੇ ਕਰਕੇ ਬਣਾਤੇ। ਕਿੱਡੀ ਚਤਰਤਾ ਹੈ ਉਸ ਦੀ।
ਇਸ ਪ੍ਰਕਾਰ ਇਹ ਕਿੱਡਾ ਉਸਨੇ ਸੁੰਦਰ ਸਰੀਰ ਰਚਿਆ ਹੈ। ਆਪਾਂ ਛਕਦੇ ਹਾਂ, ਅੰਦਰ ਤਰ੍ਹਾਂ ਤਰ੍ਹਾਂ ਦੀ ਕਿਰਿਆ ਹੋ ਰਹੀ ਹੈ, ਖੂਨ ਬਣ ਰਿਹਾ ਹੈ, ਸਭ ਕੁਝ ਚੱਲ ਰਿਹਾ ਹੈ, ਕੀ ਉਸ ਨੂੰ ਕੋਈ ਬਿਆਨ ਕਰੇ। ਇਸ ਕਰਕੇ ਉਹ ਸਾਰੀਆਂ ਕਲਾ ਸ਼ਕਤੀਆਂ ਦਾ ਮਾਲਕ ਤੇ ਸਭ ਤੋਂ ਪ੍ਰਵੀਣ ਕਹੀਏ ਸਿਆਣਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ। ਤਹ ਵੇਦ ਕਤੇਬ ਕਹਾ ਕਉ ਚੀਨ। ਸਤਿਗੁਰੂ ਜੀ ਕਹਿੰਦੇ ਉੱਥੇ ਫਿਰ ਜਿਹੜਾ ਐਸੇ ਪ੍ਰਭੂ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਏ, ਉਹਦੀਆਂ ਬਰਕਤਾਂ ਦੇ ਵਿੱਚ ਲੀਨ ਹੋ ਜਾਏ, ਫਿਰ ਉੱਥੇ ਵੇਦਾਂ ਕਤੇਬਾਂ ਦਾ ਜਿਹੜਾ ਗਿਆਨ ਹੈ, ਅੱਖਰੀ ਗਿਆਨ ਹੈ, ਇਹ ਅਭਾਵ ਹੋ ਜਾਂਦਾ ਹੈ। ਵੇਦ ਆ ਕਹਿੰਦੇ ਹਨ, ਸਾਮ ਵੇਦ ਇਹ ਕਹਿੰਦਾ ਹੈ, ਜਜੁਰਵੇਦ ਇਹ ਕਹਿੰਦਾ ਹੈ, ਅਥਰਵਣ ਵੇਦ ਇਹ ਕਹਿੰਦਾ ਹੈ, ਰਿਗਵੇਦ ਇਹ ਕਹਿੰਦਾ ਹੈ। ਇਸੇ ਪ੍ਰਕਾਰ ਚਾਰ ਕਤੇਬਾਂ ਹਨ, ਕੁਰਾਨ, ਜੰਜੀਲ, ਤੁਰੇਤ। ਇਹ ਜਿਹੜੀਆਂ ਚਾਰ ਕਤੇਬਾਂ ਇਹ ਵੱਖੋ ਵੱਖਰਾ ਗਿਆਨ ਕਥਨ ਕਰਦੀਆਂ ਹਨ। ਇਹ ਸਾਰੇ ਹੀ ਗਿਆਨ ਜੋ ਵੇਦਾਂ ਸ਼ਾਸਤਰਾਂ ਦੇ ਹਨ, ਕੀ ਕੋਈ ਉੱਥੇ ਕਹਿਣ ਵਾਲਾ ਰਹਿ ਜਾਂਦਾ ਹੈ, ਕੀ ਕੋਈ ਇਹਨਾਂ ਨੂੰ ਸੁਣਨ ਵਾਲਾ ਰਹਿ ਜਾਂਦਾ ਹੈ। ਜਬ ਆਪਨ ਆਪ ਆਪ ਉਰ ਧਾਰੈ। ਸਤਿਗੁਰੂ ਜੀ ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਆਪਣੇ ਆਪੇ ਨੂੰ ਉਰ ਧਾਰੈ, ਆਪਣੇ ਹੀ ਹਿਰਦੇ ਦੇ ਵਿੱਚ, ਆਪਣੇ ਹੀ ਅੰਦਰ ਉਹ ਧਾਰਨ ਕਰਦਾ ਹੈ, ਟਿਕਾਉਂਦਾ ਹੈ। ਲੋ ਸਗਨ ਆਪ ਸਗਨ ਕਹਾਂ ਵਿਚਾਰੈ। ਫਿਰ ਸਤਿਗੁਰੂ ਜੀ ਕਹਿੰਦੇ ਕੀ ਕੋਈ ਚੰਗੇ ਸ਼ਗਨ ਤੇ ਕੀ ਕੋਈ ਮਾੜੇ ਸ਼ਗਨ ਰਹਿ ਜਾਂਦੇ ਹਨ, ਕੀ ਇਹਨਾਂ ਦੀ ਵਿਚਾਰ ਰਹਿ ਜਾਂਦੀ ਹੈ। ਇਹ ਚੰਗੇ ਸ਼ਗਨ ਮਾੜੇ ਸ਼ਗਨ ਆਪਾਂ ਮੰਨਦੇ ਆ ਨਾ, ਕਈ ਸੰਸਾਰ ਦੇ ਵਿੱਚ ਗੁਰਮਤਿ ਦਾ ਇਹ ਸਿਧਾਂਤ ਨਹੀਂ ਹੈ। ਗੁਰਮਤਿ ਦੇ ਵਿੱਚ ਤੇ ਬਚਨ ਆਉਂਦੇ ਹਨ, ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨ ਆਵੈ। ਇਹ ਉਸੇ ਨੂੰ ਲੱਗਦੇ ਆ ਜਿਹਨੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਚੇਤੇ ਦੇ ਵਿੱਚ ਨਹੀਂ ਆਉਂਦਾ, ਜਿਹੜਾ ਪ੍ਰਮਾਤਮਾ ਦਾ ਚਿੰਤਨ ਨਹੀਂ ਕਰਦਾ, ਪ੍ਰਭੂ ਦਾ ਆਸਰਾ ਨਹੀਂ ਤੱਕਦਾ। ਉਹੀ ਕਹਿੰਦਾ ਹੈ ਮੰਗਲਵਾਰ ਦਿਨ ਮਾੜਾ ਹੈ, ਸ਼ਨੀਵਾਰ ਮਾੜਾ, ਬੁੱਧਵਾਰ ਚੰਗਾ। ਉਹ ਦਿਨਾਂ ਨੂੰ ਵੀ ਵੰਡ ਲੈਂਦਾ ਹੈ, ਕਿਉਂਕਿ ਇਨਸਾਨ ਦਾ ਸੁਭਾਅ ਐਸਾ ਹੈ, ਜਦੋਂ ਤੇ ਕੋਈ ਚੰਗਾ ਕਰਮ ਕਰਦਾ ਹੈ ਉਦੋਂ ਤੇ ਕਹਿੰਦਾ ਮੈਂ ਕੀਤਾ ਹੈ, ਤੇ ਜਦੋਂ ਇਹਦੇ ਤੋਂ ਕੋਈ ਮਾੜਾ ਕਰਮ ਹੋ ਜਾਏ ਫਿਰ ਇਹ ਦੋਸ਼ ਦੂਜੇ ਤੇ ਲਾਉਣ ਦੀ ਕੋਸ਼ਿਸ਼ ਕਰਦਾ। ਪਹਿਲਾਂ ਤੇ ਇਹ ਦੇਖਦਾ ਕਿ ਫਲਾਣਾ ਬੰਦਾ ਮੱਥੇ ਲੱਗ ਗਿਆ ਤਾਂ ਕੰਮ ਮਾੜਾ ਹੋ ਗਿਆ। ਜੇ ਇੱਥੋਂ ਹਟ ਜਾਏ ਫਿਰ ਕਹਿ ਦਿੰਦਾ ਅੱਜ ਦਿਨ ਹੀ ਚੰਗਾ ਨਹੀਂ ਸੀ, ਦਿਨ ਮਾੜਾ ਸੀ। ਜੇ ਇੱਥੋਂ ਹਟ ਜਾਏ ਫਿਰ ਕਹਿੰਦਾ ਮਹੀਨਾ ਹੀ ਮਾੜਾ ਸੀ, ਇਹ ਸਾਲ ਹੀ ਮਾੜਾ ਲੰਘਿਆ। ਦਿਨਾਂ ਦਾ ਕੋਈ ਕਸੂਰ ਨਹੀਂ ਹੈ, ਮਹੀਨਿਆਂ ਦਾ ਕੋਈ ਕਸੂਰ ਨਹੀਂ ਹੈ, ਬੰਦੇ ਕਿਸੇ ਦਾ ਕਸੂਰ ਨਹੀਂ ਹੈ, ਦੋਸ਼ ਤੇ ਕਰਮਾਂ ਦਾ ਹੈ। ਦੱਦਾ ਦੋਸ ਨਾ ਦੇਈ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਸ਼ਗਨ ਅਪਸ਼ਗਨ ਹਨ, ਗੁਰਮਤਿ ਦੇ ਵਿੱਚ ਇਹਨਾਂ ਨੂੰ ਕੋਈ ਥਾਂ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਆਉਂਦੀ ਹੈ ਕਿ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਇੱਕ ਪੰਡਤ ਕਥਾ ਕਰਿਆ ਕਰੇ, ਵਿਆਖਿਆ ਕਰਿਆ ਕਰੇ। ਕੁਝ ਸਮਾਂ ਲੰਘਿਆ, ਕੀ ਹੋਇਆ, ਜਿਸ ਗ੍ਰੰਥ ਦੀ ਉਹ ਵਿਆਖਿਆ ਕਰਦਾ ਸੀ ਉਹਦਾ ਭੋਗ ਪੈ ਗਿਆ, ਸਮਾਪਤੀ ਹੋ ਗਈ। ਕਹਿਣ ਲੱਗਿਆ ਮਹਾਰਾਜ ਹੁਣ ਮੈਂ ਕਾਂਸ਼ੀ ਜਾ ਆਵਾਂ, ਦੂਸਰਾ ਗ੍ਰੰਥ ਲੈ ਆਵਾਂ ਤੇ ਉਹਦੀ ਵਿਆਖਿਆ ਅੱਗੇ ਸ਼ੁਰੂ ਹੋ ਜਾਏਗੀ, ਨਾਲੇ ਮੈਂ ਪਰਿਵਾਰ ਨੂੰ ਮਿਲਾਵਾਂਗਾ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜਾ, ਚਲਿਆ ਜਾ। 500 ਰੁਪਈਆ ਸਤਿਗੁਰਾਂ ਨੇ ਦਿੱਤਾ। ਪਰ ਜਦੋਂ ਸਾਰੀ ਤਿਆਰੀ ਕਰਕੇ ਤੁਰਨ ਲੱਗਿਆ ਤੇ ਬਾਹਰ ਕੀ ਵੇਖਦਾ ਵੀ ਕੋਈ ਸੁੱਕਾ ਬਾਲਣ ਮੱਥੇ ਲੱਗ ਗਿਆ। ਕਹਿਣ ਲੱਗਿਆ ਵੀ ਅਪਸ਼ਗਨ ਹੋ ਗਿਆ। ਇਸ ਕਰਕੇ ਅੱਜ ਦਾ ਦਿਨ ਜਿਹੜਾ ਹੈ ਨਾ ਤੁਰਨ ਵਾਸਤੇ ਠੀਕ ਨਹੀਂ ਹੈ, ਰੁਕ ਗਿਆ। ਦੂਸਰੇ ਦਿਨ ਤੁਰਨ ਲੱਗਿਆ, ਕੋਈ ਹੋਰ ਜਿਹੜੇ ਅਪਸ਼ਗਨ ਮੰਨੇ ਹਨ, ਖਾਲੀ ਘੜਾ ਮੱਥੇ ਲੱਗ ਗਿਆ। ਕਹਿਣ ਲੱਗੇ ਵੀ ਇਹ ਵੀ ਅਪਸ਼ਗਨ ਹੋ ਗਿਆ, ਅੱਜ ਵੀ ਨਹੀਂ ਤੁਰਨਾ। ਏਦਾਂ ਕਰਦਿਆਂ ਕਰਦਿਆਂ ਉਹਨੇ ਮਹੀਨਾ ਲੰਘਾ ਦਿੱਤਾ, ਤੁਰਿਆ ਨਹੀਂ। ਇਸੇ ਪ੍ਰਕਾਰ ਹੀ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਬਾਣੀ ਦੀ ਲਿਖਾਈ ਸ਼ੁਰੂ ਕਰਾ ਰਹੇ ਸਨ ਨਾਲ ਦੀ ਨਾਲ, ਤੇ ਸੰਗਲਾ ਦੀਪ ਤੋਂ ਸਤਿਗੁਰਾਂ ਨੇ ਪ੍ਰਾਣ ਸੰਗਲੀ ਗ੍ਰੰਥ ਮੰਗਾਉਣਾ ਸੀ, ਜਿਸ ਦੇ ਵਿੱਚ ਯੋਗ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ। ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ। ਔਰ ਉਸ ਸਮੇਂ ਸਤਿਗੁਰਾਂ ਨੇ ਭਾਈ ਪ੍ਰਾਣਾ ਜੀ ਨੂੰ ਆਗਿਆ ਕੀਤੀ ਵੀ ਤੂੰ ਜਾ ਕੇ ਤੇ ਉਹ ਗ੍ਰੰਥ ਲੈ ਕੇ ਆ। ਗੁਰੂ ਕੇ ਸਿੱਖ ਨੇ ਅਰਦਾਸ ਕੀਤੀ, ਤੁਰ ਪਿਆ ਤੇ ਕੁਝ ਦਿਨਾਂ ਦੇ ਵਿੱਚ ਹੀ ਮੰਜ਼ਲਾ ਮਾਰ ਕੇ ਉਹ ਸਾਰਾ ਕੁਝ ਲੈ ਆਇਆ। ਤੇ ਪੰਡਤ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ ਕਿ
ਮਹਾਰਾਜ ਇਹ ਸਿੱਖ ਨੇ ਕੋਈ ਦੇਖਿਆ ਨਹੀਂ, ਕੋਈ ਦਿਨ ਨਹੀਂ ਵੇਖਿਆ, ਕੋਈ ਸਮਾਂ ਨਹੀਂ ਵੇਖਿਆ ਤੇ ਤੁਰ ਪਿਆ। ਸ਼ਗਨ ਅਪਸ਼ਗਨ ਵੇਖਣਾ ਚਾਹੀਦਾ ਸੀ ਇਸ ਨੂੰ ਕਿ ਚੰਗਾ ਦਿਨ ਹੈ ਜਾਂ ਕੋਈ ਜਿਹੜੇ ਕੋਈ ਗ੍ਰਹਿ ਨਛੱਤਰ ਉਹ ਦੇਖਣੇ ਸੀ ਵੀ ਕਿਹੜੀ ਰੇਖਾ ਦੇ ਵਿੱਚ ਹੈ, ਕਿਹੜੇ ਗ੍ਰਹਿ 'ਚ ਚੱਲ ਰਹੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਗੁਰੂ ਕੇ ਸਿੱਖ ਦੀ ਅਰਦਾਸ ਹੀ ਸਭ ਤੋਂ ਵੱਡੀ ਹੈ। ਅਰਦਾਸ ਕਰਕੇ ਗੁਰੂ ਕਾ ਸਿੱਖ ਤੇ ਅਕਾਲ ਪੁਰਖ ਦਾ ਆਸਰਾ ਲੈ ਕੇ ਚੱਲ ਪੈਂਦਾ ਹੈ। ਇਹਨਾਂ ਵਹਿਮਾਂ ਭਰਮਾਂ ਪਖੰਡਾਂ 'ਚ ਨਹੀਂ ਪੈਂਦਾ। ਇਸ ਕਰਕੇ ਇਤਿਹਾਸ ਦੇ ਅੰਦਰ ਐਸੀਆਂ ਬੇਅੰਤ ਮਿਸਾਲਾਂ ਹਨ ਗੁਰੂ ਕਿਆਂ ਸਿੱਖਾਂ ਦੀ ਅਰਦਾਸ ਪ੍ਰਵਾਨ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਸ਼ਗਨ ਅਪਸ਼ਗਨ ਹਨ ਇਹਨਾਂ ਦਾ ਵੀ ਅਭਾਵ ਹੋ ਜਾਂਦਾ ਹੈ। ਜਹ ਆਪਨ ਊਚ ਆਪਨ ਆਪ ਨੇਰਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜਿੱਥੇ ਆਪ ਹੀ ਉੱਚਾ ਹੈ ਤੇ ਆਪ ਹੀ ਉਹ ਨੇਰਾ ਤੋਂ ਭਾਵ ਕਹੀਏ ਨੀਵਾਂ ਹੈ। ਆਪ ਹੀ ਉਹ ਉੱਚਾ ਰਹਿਣ ਵਾਲਾ ਹੈ ਤੇ ਆਪ ਹੀ ਉਹ ਨੀਵੀਂ ਅਵਸਥਾ ਦੇ ਵਿੱਚ ਹੈ। ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਸਤਿਗੁਰੂ ਜੀ ਕਹਿੰਦੇ ਫਿਰ ਉੱਥੇ ਠਾਕੁਰ ਮਾਲਕ ਕੌਣ ਹੈ ਤੇ ਚੇਰਾ ਚੇਲਾ ਕੌਣ ਹੈ। ਜਿੱਥੇ ਉੱਚਿਆਂ ਦੇ ਵਿੱਚ ਵੀ ਉਹੀ ਹੈ, ਨੀਵਿਆਂ ਦੇ ਵਿੱਚ ਵੀ ਉਹੀ ਹੈ। ਇਸ ਕਰਕੇ ਠਾਕੁਰ ਤੇ ਚੇਲਾ ਜਿਹੜੀ ਇਹ ਪ੍ਰਥਾ ਇਹ ਵੀ ਅਭਾਵ ਹੋ ਜਾਂਦੀ ਹੈ। ਬਿਸਮਨ ਬਿਸਮ ਰਹੇ ਬਿਸਮਾਦ। ਸਤਿਗੁਰੂ ਜੀ ਕਹਿੰਦੇ ਐਸੇ ਅਸਚਰਜ ਸਰੂਪ ਦੇ ਵਿੱਚ ਜੁੜ ਕੇ ਜਿਹੜਾ ਮਨ ਹੈ ਜੀਵ ਦਾ ਉਹ ਵੀ ਬਿਸਮਾਦ ਅਸਚਰਜ ਅਵਸਥਾ ਦੇ ਵਿੱਚ ਰਹਿੰਦਾ ਹੈ। ਨਾਨਕ ਆਪਣੀ ਗਤ ਜਾਣਹੁ ਆਪ। ਸਤਿਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਵਾਹਿਗੁਰੂ ਆਪਣੀ ਗਤੀ ਨੂੰ ਆਪਣੀ ਮਰਿਆਦਾ ਨੂੰ ਤੂੰ ਆਪ ਹੀ ਜਾਣਦਾ ਹੈ। ਅਸੀਂ ਅਲਪਗ ਜੀਵ ਤੇਰੀ ਮਹਿਮਾ ਤੇਰੀ ਵਡਿਆਈ ਨੂੰ ਕੀ ਬਿਆਨ ਕਰ ਸਕਦੇ। ਇਸ ਕਰਕੇ ਤੇਰੀ ਮਹਿਮਾ ਨੂੰ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਜਾਣਦਾ ਹੈ ਤੇ ਜਿਸ ਨੂੰ ਮਤ ਬੁੱਧੀ ਬਖਸ਼ੇ ਬਲ ਸਮੱਤ ਬਖਸ਼ੇ ਉਹ ਤੇਰੇ ਭੈ ਦੇ ਵਿੱਚ ਤੇਰੇ ਅਦਬ ਦੇ ਵਿੱਚ ਜੀਵਨ ਦੀ ਸਫਲਤਾ ਵਾਸਤੇ ਕੁਝ ਨਾ ਕੁਝ ਆਪਾਂ ਕਹਿ ਸਕਦੇ। ਸੋ ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸੁਖਮਣੀ ਸਾਹਿਬ ਬਾਣੀ ਦੇ ਵਿੱਚੋਂ ਕੁਝ ਪਦਿਆਂ ਦੀ ਕਥਾ ਵਿਆਖਿਆ ਆਪਾਂ ਸਰਵਣ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਆਓ ਹੁਣ ਬੜੇ ਹੀ ਅਦਬ ਸਤਿਕਾਰ ਸਹਿਤ ਖਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਐਸੇ ਦਰ ਘਰ ਤੋਂ ਆਪਾਂ ਨੂੰ ਕੀਰਤਨ ਸਰਵਣ ਕਰਵਾਉਣ ਵਾਸਤੇ ਪਹੁੰਚੇ ਹਨ। ਉਹਨਾਂ ਪਾਸੋਂ ਹਰ ਜਸ ਕੀਰਤਨ ਸਰਵਣ ਕਰੀਏ। ਭੁੱਲ ਚੁੱਕ ਦੀ ਮਾਫੀ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ